ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ, ਗੱਲ ਕਰਾਂਗੇ ਕਿਸਾਨਾਂ ਦੀ। ਕਿਸਾਨ ਲਗਾਤਾਰ ਸੜਕਾਂ ਤੇ ਉਤਰੇ ਹੋਏ ਨੇ। ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ। ਉੱਥੇ ਸੂਬੇ ਦੇ ਵਿੱਚ ਸਿਆਸਤ ਵੀ ਇਨ੍ਹਾਂ ਬਿੱਲਾਂ ਨੂੰ ਲੈ ਕੇ ਗਰਮਾਈ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਵੱਲੋਂ ਅੱਜ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਗਈ। ਆਰਡੀਨੈਂਸ ਨੂੰ ਲੈ ਕੇ ਪੰਜਾਬ ਦੀ ਰਾਏ ਨਹੀਂ ਲਈ ਗਈ, ਇਹ ਕਹਿਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ। ਉਹਨਾਂ ਨੇ ਕਿਹਾ ਕਿ ਇਸ ਬਿੱਲ ਦੇ ਨਾਲ ਛੋਟੇ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਨਵੇਂ ਕਾਨੂੰਨ ਦੇ ਨਾਲ ਪੰਜਾਬ ਦੇ ਵਿੱਚ ਗੁੱਸਾ ਵਧੇਗਾ, ਇਹ ਵੀ ਕਿਹਾ ਕੈਪਟਨ ਅਮਰਿੰਦਰ ਨੇ। ਉਹਨਾਂ ਨੇ ਕਿਹਾ ਕਿ ਗੁੱਸਾ ਵਧਣ ਤੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੀ ਖਤਰਾ ਹੈ। ਪਾਕ ਜੇ ਦੁਸ਼ਮਣ ਦੇਸ਼ ਦੇ ਵਿੱਚ ਸ਼ਰਾਰਤ ਦੀ ਫਿਰਾਕ ਵਿੱਚ ਨੇ। ਕੈਪਟਨ ਅਮਰਿੰਦਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ। ਉੱਥੇ ਉਹਨਾਂ ਨੇ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਦੇ ਵਿੱਚ ਵਿਰੋਧ ਕਿਉਂ ਨਹੀਂ ਕੀਤਾ, ਇਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ। ਜੇ ਵਿਰੋਧ ਕੀਤਾ ਤਾਂ ਕੀ ਤੁਹਾਡੀ ਸੁਣਵਾਈ ਨਹੀਂ ਹੋਈ? ਸਿੱਧੇ ਤੌਰ ਤੇ ਅਕਾਲੀ ਦਲ ਨੂੰ ਸਵਾਲ ਕੀਤਾ ਕਿ ਜੇ ਵਿਰੋਧ ਕੀਤਾ ਤਾਂ ਕੀ ਤੁਹਾਡੀ ਸੁਣਵਾਈ ਨਹੀਂ ਹੋਈ? ਸੜਕਾਂ ਤੋਂ ਲੈ ਕੇ ਲੋਕ ਸਭਾ ਤੱਕ, ਲੋਕ ਸਭਾ ਤੋਂ ਰਾਜ ਭਵਨ ਤੱਕ ਹਰ ਪਾਸੇ ਕੇਂਦਰ ਦੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਹੀ ਵਿਰੋਧ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਦੇ ਵਫਦ ਨੇ ਰਾਜਪਾਲ ਬੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਖੇਤੀ ਆਰਡੀਨੈਂਸਾਂ ਖਿਲਾਫ ਵਿਰੋਧ ਦਰਜ ਕਰਵਾਇਆ ਹੈ। ਮੁੱਖ ਮੰਤਰੀ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਕਿ ਆਰਡੀਨੈਂਸਾਂ ਨੂੰ ਲੈ ਕੇ ਕੇਂਦਰ ਨੇ ਪੰਜਾਬ ਸਰਕਾਰ ਦੀ ਕੋਈ ਵੀ ਰਾਏ ਨਹੀਂ ਲਈ। ਮੁੱਖ ਮੰਤਰੀ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਪੰਜਾਬ ਲਈ ਵੱਡਾ ਖਤਰਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕੇਂਦਰ ਨੂੰ ਸਾਵਧਾਨ ਕੀਤਾ ਕਿ ਜੇਕਰ ਇਹ ਬਿੱਲ ਪਾਸ ਹੋ ਗਿਆ ਤੇ ਪੰਜਾਬ 'ਚ ਗੁੱਸਾ ਹੋਰ ਵਧੇਗਾ, ਮਾਹੌਲ ਹੋਰ ਖਰਾਬ ਹੋਵੇਗਾ ਤੇ ਵਿਰੋਧੀ ਤਾਕਤਾਂ ਇਸ ਦਾ ਫਾਇਦਾ ਚੁੱਕਣਗੀਆਂ। ਆਪਾਂ ਕਿਉਂ ਖੇਲਦੇ ਆ ਉਹਨਾਂ ਦੇ ਇਸ ਪਾਲਿਸੀ ਦੇ ਵਿੱਚ? ਕਿਉਂਕਿ ਆ ਜਿਹੜਾ ਕੁਝ ਹੋ ਰਿਹਾ ਹੈ ਇਹਦੇ ਵਿੱਚ ਜ਼ਰੂਰ ਰੋਸ ਜਾਗੂਗਾ ਪੰਜਾਬ 'ਚ, ਔਰ ਜਦੋਂ ਰੋਸ ਜਾਗਦਾ ਹੈ ਫਿਰ ਕੁਝ ਵੀ ਹੋ ਸਕਦਾ ਹੈ। ਮੁੱਖ ਮੰਤਰੀ ਨੇ ਖੇਤੀ ਆਰਡੀਨੈਂਸਾਂ ਦੇ ਬਹਾਨੇ ਅਕਾਲੀ ਦਲ ਨੂੰ ਵੀ ਘੇਰਿਆ। ਉਹਨਾਂ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਕੇਂਦਰ ਦੀ ਕੈਬਨਿਟ ਵਿੱਚ ਹੋ, ਤੁਸੀਂ ਵਿਰੋਧ ਕਿਉਂ ਨਹੀਂ ਕੀਤਾ ਜਾਂ ਫਿਰ ਤੁਹਾਡੀ ਸੁਣੀ ਹੀ ਨਹੀਂ ਜਾਂਦੀ? ਸਾਰਿਆਂ ਨੇ ਵਾਕ ਆਊਟ ਕਰਤਾ ਸੀ ਔਨ ਦਿਸ ਇਸ਼ੂ। ਅਸੀਂ ਅਪੋਜ਼ ਕਰਕੇ ਵੀ ਅਪੋਜ਼ਡ ਇਟ ਐਂਡ ਵੀ ਵਾਕਡ ਆਊਟ। ਸੁਖਬੀਰ ਬਾਦਲ ਦਾ ਵਾਈ ਡਿਡਨਟ ਹਿਸ ਵਾਈਫ, ਦੇਖੋ ਜਦੋਂ ਤੁਹਾਡਾ कैबिनेट दिस काउंसिल ऑफ मिनिस्टर्स मीट कर दिया, इज शी अ मेंबर और नॉट? जेड़े मेंबर जेड़े काउंसिल ऑफ मिनिस्टर ने फैसला किया है कि ऑर्डीनेंस पास करने ने होया या नहीं होया? अगर उथे से तां क्यों नहीं बोले? अगर नहीं उथे से तो बाद प्रोटेस्ट क्यों नहीं किया? हैज शी एट एनी स्टेज कुछ उन्होंने गल की है? ਹੁਣ ਤੱਕ ਖੇਤੀ ਆਰਡੀਨੈਂਸਾਂ ਦਾ ਬਚਾਅ ਕਰਨ ਵਾਲਾ ਅਕਾਲੀ ਦਲ ਵੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਉਤਰ ਆਇਆ ਹੈ। ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ 'ਚ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਤੇ ਨਾਲ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਕੀਤਾ ਕਿ ਜਵਾਨੀ ਵਿਰੋਧ ਕਰਨ ਵਾਲਿਆਂ ਨੇ ਲੋਕ ਸਭਾ 'ਚ ਜ਼ਰੂਰੀ ਵਸਤਾਂ ਸੰਬੰਧੀ ਸੋਧ ਬਿੱਲ ਦੇ ਵਿਰੋਧ 'ਚ ਵੋਟ ਕਿਉਂ ਨਹੀਂ ਪਾਈ, ਵਾਕਆਊਟ ਕਿਉਂ ਕਰ ਗਏ? ਸੁਖਬੀਰ ਦੇ ਸਵਾਲ ਤੇ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਜ਼ਰੂਰੀ ਵਸਤਾਂ ਸੋਧ ਬਿੱਲ ਤੇ ਲੋਕ ਸਭਾ 'ਚ ਵੋਟਿੰਗ ਹੋਈ ਹੀ ਨਹੀਂ, सिर्फ जुबानी सहमति नाल ही बिल पास कर दिता गया। पर क्योंकि उन्होंने एक्ट पास कर दिया तो हमने उनके खिलाफ वोट दी। पर मैं हैरानी की बात है कि जो कांग्रेस पार्टी है और जो आम आदमी पार्टी का भगवंत मान है, जब वोटिंग का टाइम आया कोई नहीं था। वो वहाँ तो बोल रहे थे हम अपोज करेंगे, उन्होंने वोट इस ऑर्डिनेंस के खिलाफ नहीं दी, वो सब वॉकआउट कर गए। ਐਡਾ ਵੱਡਾ ਝੂਠ ਸੁਖਬੀਰ ਬਾਦਲ ਨੇ ਬੋਲਿਆ, ਸ਼ਾਇਦ ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਹੁਣ ਕਿੱਡਾ ਝੂਠ ਬੋਲਦਾ, ਕਿ ਰੋਜ਼ ਹੀ ਬੋਲਦਾ ਉਹ। ਕਿ ਕੱਲ ਪਾਰਲੀਮੈਂਟ 'ਚ VOTING ਹੋਈ ਤੇ ਮੈਂ ਵਿਰੋਧ ਦੇ ਵਿੱਚ ਵੋਟ ਪਾਈ, ਸੁਖਬੀਰ ਬਾਦਲ ਕਹਿੰਦਾ, ਤੇ ਵਿਰੋਧੀ ਪਾਰਟੀਆਂ ਉੱਥੇ ਹੈ ਨਹੀਂ ਸੀ। ਦੋਸਤੋ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ, ਕੱਲ ਪਾਰਲੀਮੈਂਟ 'ਚ ਕੋਈ VOTING ਹੀ ਨਹੀਂ ਹੋਈ। ਓਰਲ ਜ਼ੁਬਾਨੀ ਤੇ ਕਰਾਉਂਦੇ ਹੁੰਦੇ ਨੇ ਕਿ ਜਿਹੜੇ ਇਹਦੇ ਬਿੱਲ ਦੇ ਹੱਕ 'ਚ ਨੇ ਉਹ ਹਾਂ ਕਹੋ, ਜਿਹੜੇ ਹੱਕ 'ਚ ਨਹੀਂ ਹੈਗੇ ਨਾ ਕਹੋ। ਮੈਨੂੰ ਲੱਗਦਾ ਫੈਸਲਾ ਹਾਂ ਦੇ ਪੱਖ ਜ਼ਿਆਦੇ ਆ, ਹਾਂ ਦੇ ਪੱਖ ਜ਼ਿਆਦੇ, ਬਿੱਲ ਪਾਸ। ਪੰਜਾਬ 'ਚ ਵੱਡੀ ਗਿਣਤੀ ਲੋਕ ਕਿਸਾਨੀ ਨਾਲ ਜੁੜੇ ਨੇ ਤੇ ਕਿਸਾਨ ਦਾ ਵੱਡਾ ਵੋਟ ਬੈਂਕ ਵੀ ਹੈ। ਇਸ ਲਈ ਕੇਂਦਰ ਤੇ ਖੇਤੀ ਆਰਡੀਨੈਂਸ ਪੰਜਾਬ ਦੀ ਕਿਸਾਨੀ ਤੇ ਸਿਆਸਤ ਦੋਵਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੇ ਨੇ।
ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਉੱਥੇ ਹੁਣ ਅਕਾਲੀ ਦਲ ਖੁੱਲ੍ਹ ਕੇ ਖੇਤੀਬਾੜੀ ਬਿੱਲਾਂ ਦੇ ਖਿਲਾਫ ਨਿੱਤਰ ਆਇਆ। ਤਿੰਨੇ ਖੇਤੀ ਬਿੱਲਾਂ ਦਾ ਅਕਾਲੀ ਦਲ ਦੇ ਵੱਲੋਂ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ ਵਿਰੋਧ ਕੀਤਾ ਜਾਵੇਗਾ। ਅਕਾਲੀ ਦਲ ਨੇ ਸਾਰੇ ਸੰਸਦਾਂ ਨੂੰ ਇਸ ਨੂੰ ਲੈ ਕੇ ਵਿਪ ਵੀ ਜਾਰੀ ਕਰ ਦਿੱਤਾ ਹੈ। ਸਦਨ ਦੇ ਵਿੱਚ ਤਿੰਨਾਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾਵੇਗਾ। ਕੋਈ ਵੀ ਸੰਸਦ ਪਾਰਟੀ ਹੁਕਮ ਦੇ ਉਲਟ ਵੋਟ ਨਹੀਂ ਪਾਵੇਗਾ। ਸੁਖਦੇਵ ਢੀਂਡਸਾ ਨੂੰ ਵੀ ਇਹ ਹੁਕਮ ਮੰਨਣਾ ਪਵੇਗਾ। ਜਿਵੇਂ ਕਿ ਸੁਖਦੇਵ ਸਿੰਘ ਢੀਂਡਸਾ ਨੇ ਸਾਡੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਕਿਹਾ ਸੀਗਾ ਕਿ ਉਹ ਪਹਿਲਾਂ ਹੀ ਇਸ ਬਿੱਲ ਦੇ ਖਿਲਾਫ ਆਪਣੀ ਵੋਟ ਕਰਨਗੇ। ਸੋ ਅਕਾਲੀ ਦਲ ਦੇ ਵੱਲੋਂ ਵਿਪ ਜਾਰੀ ਕੀਤਾ ਗਿਆ। ਵਿਪ ਦਾ ਮਤਲਬ ਇਹ ਹੁੰਦਾ ਹੈ ਕਿ ਹਰ ਪਾਰਟੀ ਦਾ ਜਿਹੜਾ ਸੰਸਦ ਮੈਂਬਰ ਹੈ, ਚਾਹੇ ਲੋਕ ਸਭਾ ਦੇ ਵਿੱਚ ਹੈ ਚਾਹੇ ਰਾਜ ਸਭਾ ਦੇ ਵਿੱਚ ਹੈ, ਉਸ ਨੂੰ ਇਹ ਹੁਕਮ ਮੰਨਣਾ ਪਵੇਗਾ ਤੇ ਇਹਨਾਂ ਖੇਤੀਬਾੜੀ ਬਿੱਲਾਂ ਦੇ ਖਿਲਾਫ ਆਪਣੀ ਵੋਟ ਪਾਉਣੀ ਪਵੇਗੀ। ਤੇ ਅਕਾਲੀ ਦਲ ਦੇ ਵੱਲੋਂ ਇਹਨਾਂ ਤਿੰਨਾਂ ਹੀ ਬਿੱਲਾਂ ਦਾ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ ਹੁਣ ਵਿਰੋਧ ਕੀਤਾ ਜਾਵੇਗਾ। ਸਪਸ਼ਟ ਰੂਪ ਦੇ ਵਿੱਚ ਸਟੈਂਡ ਆ ਕਿਉਂਕਿ ਜੋ ਬਿੱਲਾਂ ਦਾ ਪੋਜ਼ਿਟਿਵ ਪੱਖ ਸੀ ਅਸੀਂ ਉਹ ਪਹਿਲਾਂ ਲੋਕਾਂ ਦੇ ਵਿੱਚ ਵੀ ਰੱਖਿਆ, ਕਿਸਾਨ ਯੂਨੀਅਨ ਅੰਦਰ ਵੀ ਰੱਖਿਆ ਔਰ ਕੇਂਦਰ ਸਰਕਾਰ ਨੂੰ ਅਸੀਂ ਅਪੀਲ ਕੀਤੀ ਸੀ ਕਿ ਹਾਲੇ ਕਿਸਾਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸ਼ੰਕੇ ਆ ਕਿਉਂਕਿ ਇਹ ਬਿੱਲ ਕਿਸਾਨਾਂ ਵਾਸਤੇ ਬਣਾਇਆ ਗਿਆ, ਕਿਸਾਨਾਂ ਦੀ ਬਿਹਤਰੀ ਵਾਸਤੇ ਬਣਾਇਆ ਗਿਆ ਜੀ। ਪਰ ਜੇ ਸਟੇਕ ਹੋਲਡਰ ਵੀ ਸੰਤੁਸ਼ਟ ਨਹੀਂ ਹੈ ਤਾਂ ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਜੋ ਵੀ ਉਹਨਾਂ ਦੀ ਗੱਲ ਹੈ ਧਿਆਨ ਨਾਲ ਸੁਣ ਕੇ ਉਹਨਾਂ ਦੇ ਸ਼ੰਕੇ ਨਿਵਰਤ ਹੋਣੇ ਚਾਹੀਦੇ। ਉੱਥੇ ਖੇਤੀਬਾੜੀ ਬਿੱਲ ਅਕਾਲੀ ਭਾਜਪਾ ਦੇ ਰਿਸ਼ਤਿਆਂ ਦੇ ਵਿੱਚ ਵੀ ਕਟਾਖਸ਼ ਦਰਾਰ ਪੈਦਾ ਕਰ ਸਕਦੇ ਨੇ। ਨਿਊਜ਼ 18 ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਖਿਲਾਫ ਫੈਸਲਾ ਲੈਣ ਵਾਲਿਆਂ ਦੇ ਨਾਲ ਅਸੀਂ ਨਹੀਂ ਰਹਿ ਸਕਦੇ। ਜਲਦ ਕੋਰ ਕਮੇਟੀ ਦੀ ਮੀਟਿੰਗ ਸੱਦਾਂਗੇ ਤੇ ਗੱਠਜੋੜ ਤੇ ਫੈਸਲਾ ਲਿਆ ਜਾਵੇਗਾ। ਐਨਡੀਏ ਦੇ ਵਿੱਚ ਰਹਿਣਾ ਹੈ ਜਾਂ ਨਹੀਂ, ਇਸ ਤੇ ਫੈਸਲਾ ਜਲਦ ਲਿਆ ਜਾਵੇਗਾ। ਇਹ ਕਹਿਣਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ। ਕਿਸਾਨ ਵਿਰੋਧੀ ਸੱਤਾ ਦਾ ਹਿੱਸਾ ਅਕਾਲੀ ਦਲ ਨਹੀਂ ਰਹਿ ਸਕਦਾ। ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਕਿਸਾਨ ਵਿਰੋਧੀ ਸੱਤਾ ਦਾ ਹਿੱਸਾ ਅਕਾਲੀ ਦਲ ਨਹੀਂ ਰਹਿ ਸਕਦਾ। ਇੱਕ ਤਰ੍ਹਾਂ ਦਾ ਇਹ ਕਿਹਾ ਜਾ ਸਕਦਾ। ਸਿੱਧੇ ਤੌਰ ਤੇ ਉਹਨਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਤੇ ਨਿਸ਼ਾਨਾ ਸਾਧਿਆ ਹੈ। ਮੁੱਦੇ ਤੇ ਹੀ ਮੈਂ ਕਿਹਾ ਵੀ ਕਿਸਾਨੀ ਦੇ ਮੁੱਦੇ ਤੇ ਸਾਡੀ ਗੱਲ ਨਹੀਂ ਮੰਨੀ ਗਈ। ਅਸੀਂ ਬੜੇ ਸਪਸ਼ਟ ਹਾਂ, ਅਕਾਲੀ ਦਲ ਬੜਾ ਕਲੀਅਰ ਆ ਕਿ ਅਸੀਂ ਉਸ ਸੱਤਾ 'ਚ ਹਿੱਸੇਦਾਰ ਨਹੀਂ ਰਹਿ ਸਕਦੇ ਜਿਹੜੀ ਸੱਤਾ ਕਿਸੇ ਤਰ੍ਹਾਂ ਪੰਜਾਬੀਆਂ ਦਾ ਜਾਂ ਕਿਸਾਨ ਦਾ ਨੁਕਸਾਨ ਕਰੇਗੀ। ਲੇਕਿਨ ਹੁਣ ਤਾਂ ਹੋ ਗਿਆ ਨਾ, ਤਾਂ ਫਿਰ ਕੀ ਹੁਣ ਸੱਤਾ ਤੋਂ ਬਾਹਰ ਆਓਗੇ? ਨਹੀਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਜੇ ਵੀ ਦਬਾਅ ਚੱਲ ਰਿਹਾ, ਅਜੇ ਵੀ ਆਪਣੇ ਤੌਰ ਤੇ ਅਸੀਂ ਆਪਣੀ ਵੋਟ ਪਾ ਕੇ ਇਹਦੇ ਅਗੇਂਸਟ ਆਪਣਾ ਦਬਾਅ ਬਣਾ ਕੇ ਦਿਖਾਇਆ ਤੇ ਉਸ ਤੋਂ ਬਾਅਦ ਐਨਡੀਏ ਦਾ ਪਾਰਟ ਰਹਿਣਾ ਜਾਂ ਨਹੀਂ ਰਹਿਣਾ ਇਹਦੇ ਤੇ ਚਰਚਾ ਹੋਏਗੀ। ਇਹਦੇ 'ਚ ਅਸੀਂ ਉੱਥੇ ਪੱਖ ਰੱਖਾਂਗੇ, ਇਹਦੇ ਕੀ ਅੱਗੇ ਨੀਤੀ ਬਣਦੀ ਆ ਉਹ ਤੇ ਬਣਾਵਾਂਗੇ। ਖੇਤੀ ਬਿੱਲਾਂ ਤੇ ਅਕਾਲੀ ਦਲ ਦਾ ਵਿਰੋਧ ਲਗਾਤਾਰ ਬਰਕਰਾਰ ਹੈ। ਸੁਖਬੀਰ ਬਾਦਲ ਤਾਂ ਇੱਥੋਂ ਤੱਕ ਕਹਿ ਚੁੱਕੇ ਨੇ ਕਿ ਉਹਨਾਂ ਦੀ ਰਾਏ ਤੱਕ ਨਹੀਂ ਲਈ ਗਈ। ਪ੍ਰਮੋਟ ਕਰਨ ਵਾਸਤੇ, ਇਰੀਗੇਸ਼ਨ ਸਿਸਟਮ ਬਣਾਉਣ ਵਾਸਤੇ, ਫ੍ਰੀ ਇਲੈਕਟ੍ਰਿਸਿਟੀ ਟਿਊਬਵੈੱਲਾਂ ਨੂੰ ਦੇਣ ਵਾਸਤੇ ਸਾਰਾ ਕੁਝ ਲਾਇਆ। ਕਿਉਂ? ਕਿਉਂਕਿ ਦੇਸ਼ ਨੂੰ ਅੰਨ ਦੀ ਲੋੜ ਸੀ, ਦੇਸ਼ ਨੂੰ ਕਣਕ ਦੀ ਲੋੜ ਸੀ, ਝੋਨੇ ਦੀ ਲੋੜ ਸੀ। ਦੇਸ਼ ਬਾਹਰੋਂ ਇੰਪੋਰਟ ਕਰਦਾ ਸੀ ਪਰ ਪੰਜਾਬ ਨੇ ਆਪਣੀ ਜ਼ਮੀਨ ਦਾਅ ਤੇ ਲਾਤੀ, ਪਾਣੀ ਗਵਾ ਦਿੱਤਾ ਪਰ ਦੇਸ਼ ਵਾਸਤੇ ਸਾਰਾ ਪੈਸਾ। ਪਰ ਅੱਜ ਜੇ ਤੁਸੀਂ ਉਹਦਾ ਸਾਰਾ ਢਾਂਚੇ ਦੇ ਉੱਤੇ ਉਹਨਾਂ ਨੂੰ ਸ਼ੱਕ ਪੈ ਗਿਆ, ਨਵੀਂ ਚੀਜ਼ ਲੈ ਕੇ ਆ ਰਹੇ ਹੋ, ਪ੍ਰਾਈਵੇਟ ਆਉਣਗੇ, ਆਹ ਕਰ ਦੇਣਗੇ, ਉਹ ਕਰ ਦੇਣਗੇ, ਤੇ ਜਿੰਨਾ ਤੱਕ ਤੁਸੀਂ ਉਹਨਾਂ ਦੇ ਗੱਲ ਸੁਣ ਕੇ ਉਹਨਾਂ ਦੀ ਗੱਲ ਨਹੀਂ, ਉਹਦੀ ਸ਼ੰਕੇ ਦੂਰ ਨਹੀਂ ਕਰਦੇ, ਪ੍ਰੂਫ ਨਹੀਂ ਕਰਦੇ ਕਿ ਅਸੀਂ ਆਹ ਚੀਜ਼ ਨਹੀਂ ਹੋਣੀਆਂ, ਕਿਵੇਂ ਸ਼੍ਰੋਮਣੀ ਅਕਾਲੀ ਦਲ ਇਸ ਬਿੱਲ ਦਾ ਹਮਾਇਤ ਕਰ ਸਕਦਾ ਹੈ? ਤਾਂ ਅੱਜ ਕਲੀਅਰ ਕੀਤਾ ਕਿ ਜਾਂ ਤਾਂ ਸ਼ੰਕੇ ਦੂਰ ਕਰ, ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਦੇ ਵਿਰੋਧ ਹੈ। ਥੈਂਕ ਯੂ। ਉਸੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਵੱਲੋਂ ਅਕਾਲੀ ਦਲ ਤੇ ਵੱਡਾ ਹਮਲਾ ਬੋਲਿਆ ਗਿਆ। 7 ਸਾਲ ਪੁਰਾਣੇ ਬਿੱਲ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਨੂੰ ਘੇਰਿਆ ਗਿਆ। ਰੰਧਾਵਾ ਦੇ ਵੱਲੋਂ ਕੇਂਦਰ ਦੇ ਆਰਡੀਨੈਂਸ ਦੀ ਨੀਂਹ ਖੁਦ ਬਾਦਲਾਂ ਨੇ ਰੱਖੀ ਹੈ। ਇਹ ਕਹਿਣਾ ਕੈਬਨਿਟ ਮੰਤਰੀ ਰੰਧਾਵਾ ਦਾ। ਉਹਨਾਂ ਨੇ ਕਿਹਾ ਕਿ ਪੰਜਾਬ ਕੰਟਰੈਕਟ ਫਾਰਮਿੰਗ ਐਕਟ ਦੇ ਨਾਲ ਮਿਲਦਾ ਏ ਕੇਂਦਰੀ ਬਿੱਲ। 2013 ਦੇ ਵਿੱਚ ਅਕਾਲੀ ਸਰਕਾਰ ਨੇ ਇਹ ਬਿੱਲ ਪਾਸ ਕੀਤਾ ਸੀਗਾ। ਸੋ ਰੰਧਾਵਾ ਦੇ ਵੱਲੋਂ ਇਹ ਵੱਡਾ ਦਾਅਵਾ ਕੀਤਾ ਗਿਆ, ਵੱਡਾ ਨਿਸ਼ਾਨਾ ਸਾਧਿਆ ਗਿਆ ਅਕਾਲੀ ਦਲ ਤੇ। ਅਕਾਲੀ ਦਲ ਦੇ ਬਿੱਲ ਦੇ ਵਿੱਚ ਕਈ ਚੀਜ਼ਾਂ ਕਿਸਾਨਾਂ ਦੇ ਖਿਲਾਫ ਨੇ। ਬਿੱਲ ਦੇ ਵਿੱਚ ਕਿਸਾਨਾਂ ਤੇ ਜੁਰਮਾਨੇ ਅਤੇ ਸਜ਼ਾ ਦੀ ਵੀ ਤਜਵੀਜ਼ ਹੈ। ਰੰਧਾਵਾ ਦੇ ਵੱਲੋਂ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਧੱਕੇਸ਼ਾਹੀ ਦੇ ਖਿਲਾਫ ਅਦਾਲਤ ਜਾਣ ਦਾ ਰਾਹ ਵੀ ਖੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਉਹਨਾਂ ਦੇ ਵੱਲੋਂ ਇਹ ਨਿਸ਼ਾਨਾ ਸਾਧਿਆ ਗਿਆ, ਲੋਕਾਂ ਨੂੰ ਦੱਸਣ ਕਿ ਤੁਹਾਡੀ ਕੀ ਮਜਬੂਰੀ ਸੀ। ਰੰਧਾਵਾ ਨੇ ਸਿੱਧੇ ਤੌਰ ਤੇ ਅਕਾਲੀ ਦਲ ਨੂੰ ਸਵਾਲ ਕੀਤਾ ਹੈ ਕਿ ਲੋਕਾਂ ਨੂੰ ਦੱਸੋ ਕਿ ਤੁਹਾਡੀ ਕੀ ਮਜਬੂਰੀ ਸੀ, ਕਿਉਂ ਅਕਾਲੀ ਦਲ ਨੇ ਕਿਸਾਨ ਵਿਰੋਧੀ ਕਦਮ ਚੁੱਕੇ ਨੇ।
ਇਸ ਨੂੰ ਲੈ ਕੇ ਹੁਣ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਵਾਰ ਪਲਟ ਵਾਰ ਦਾ ਸਿਲਸਿਲਾ ਜਾਰੀ ਹੈ। ਕਾਂਗਰਸ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈ ਰਹੀ ਹੈ, ਅਕਾਲੀ ਦਲ ਕਾਂਗਰਸ ਨੂੰ ਨਿਸ਼ਾਨੇ ਤੇ ਲੈ ਰਹੀ ਹੈ। ਹੁਣ ਕੈਬਨਿਟ ਮੰਤਰੀ ਰੰਧਾਵਾ ਦੇ ਵੱਲੋਂ ਅਕਾਲੀ ਦਲ ਤੇ ਵੱਡਾ ਹਮਲਾ ਬੋਲਿਆ ਗਿਆ ਹੈ। ਉਹਨਾਂ ਨੇ 7 ਸਾਲ ਪੁਰਾਣੇ ਬਿੱਲ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਨੂੰ ਘੇਰਿਆ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਦੇ ਆਰਡੀਨੈਂਸ ਦੀ ਨੀਂਹ ਖੁਦ ਬਾਦਲਾਂ ਨੇ ਰੱਖੀ। ਰੰਧਾਵਾ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਕੰਟਰੈਕਟ ਫਾਰਮਿੰਗ ਐਕਟ ਦੇ ਨਾਲ ਮਿਲਦਾ ਹੈ ਕੇਂਦਰੀ ਬਿੱਲ। 2013 ਦੇ ਵਿੱਚ ਅਕਾਲੀ ਸਰਕਾਰ ਦੇ ਵੱਲੋਂ ਇਹ ਬਿੱਲ ਪਾਸ ਕੀਤਾ ਗਿਆ ਸੀ। ਅਕਾਲੀ ਦਲ ਦੇ ਬਿੱਲ ਦੇ ਵਿੱਚ ਕਈ ਚੀਜ਼ਾਂ ਕਿਸਾਨਾਂ ਦੇ ਖਿਲਾਫ ਨੇ। ਵੱਡਾ ਬਿਆਨ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ। ਉਹਨਾਂ ਨੇ ਕਿਹਾ ਕਿ ਬਿੱਲ ਦੇ ਵਿੱਚ ਕਿਸਾਨਾਂ ਤੇ ਜੁਰਮਾਨੇ ਅਤੇ ਸਜ਼ਾ ਦੀ ਵੀ ਤਜਵੀਜ਼ ਹੈ। ਧੱਕੇਸ਼ਾਹੀ ਦੇ ਖਿਲਾਫ ਅਦਾਲਤ ਜਾਣ ਦਾ ਰਾਹ ਵੀ ਖੋਇਆ ਹੈ। ਸੁਖਜਿੰਦਰ ਰੰਧਾਵਾ ਦੇ ਵੱਲੋਂ ਕਿਹਾ ਗਿਆ ਹੈ ਕਿ ਧੱਕੇਸ਼ਾਹੀ ਦੇ ਖਿਲਾਫ ਅਦਾਲਤ ਜਾਣ ਦਾ ਰਾਹ ਵੀ ਖੋ ਚੁੱਕੇ ਹਾਂ। ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਰੰਧਾਵਾ ਦੇ ਵੱਲੋਂ ਇਹ ਵੱਡਾ ਨਿਸ਼ਾਨਾ ਸਾਧਿਆ ਗਿਆ ਹੈ। ਉਹਨਾਂ ਨੇ ਸਵਾਲ ਕੀਤਾ ਹੈ ਕਿ ਲੋਕਾਂ ਨੂੰ ਦੱਸਣ ਕਿ ਤੁਹਾਡੀ ਕੀ ਮਜਬੂਰੀ ਸੀ। ਅਕਾਲੀ ਦਲ ਨੂੰ ਸਵਾਲ ਕੀਤਾ ਹੈ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿ ਲੋਕਾਂ ਨੂੰ ਦੱਸੋ ਕਿ ਆਖਿਰਕਾਰ ਤੁਹਾਡੀ ਕੀ ਮਜਬੂਰੀ ਸੀ, ਕਿਉਂ ਅਕਾਲੀ ਦਲ ਨੇ ਕਿਸਾਨ ਵਿਰੋਧੀ ਕਦਮ ਚੁੱਕੇ। तो सियासत सूबे की पूरी तरह गरमा गई है खेतीबाड़ी बिलों को लैके, जिथे कि अकाली दल के वलों स्टैंड स्पष्ट किया गया है। सो निशाना साधा सीधे तौर पर कैबिनेट मंत्री रंधावा ने अकाली दल ते। उत्थे किसानां ने 3 नैशनल हाईवे खाली कर दिते ने। दरअसल मुख्यमंत्री कैप्टन अमरिंदर दे वल्लों अपील की गई सी, जिसका असर भी नजर आया। ब्यास, हरगोबिंदपुर, हरी के पत्तन दे विच धरने खत्म कर दिते गए ने। तिन्ने थाई हाईवे ते परसों तो ये धरने चल रहे सन। डीसी दफ्तरां दे बाहर धरने जारी रहणगे, ये भी स्पष्ट किया है किसान जथेबंदियां ने कि जिहड़े डीसी दफ्तरां दे बाहर धरने लगे हुए ने वो जारी रहणगे। लोड़ पई तां दिल्ली जाके भी प्रदर्शन करांगे। किसान जथेबंदियां ने कहा कि जेकर लोड़ पई तां दिल्ली जाके भी इन्हां खेतीबाड़ी बिल्लां दे खिलाफ रोस प्रदर्शन किया जाएगा। आम जनता वा जी ਉਹਦੀ ਖੱਜਲ ਖਰਾਬੀ ਹੋ ਰਹੀ ਸੀ, ਇਸ ਦਬਾਅ ਦੇ ਨਾਲ ਬਹੁਤ ਵੱਡਾ ਦੁਨੀਆ ਦੇ ਇੱਕ ਮੈਸੇਜ ਗਿਆ। ਸਰਕਾਰ ਤੇ ਵੀ ਪ੍ਰੈਸ਼ਰ ਪਿਆ, ਮੋਦੀ ਸਰਕਾਰ ਵੀ ਦਾ ਸਪਸ਼ਟੀਕਰਨ ਦੇ ਰਹੀ ਹੈ, ਜਿਵੇਂ ਅਕਾਲੀ ਦਲ ਨੇ ਵੀ ਆਪਦਾ ਪੱਖ ਬਦਲ ਕੇ ਦੂਜੇ ਬੰਨੇ ਲੈ ਕੇ ਆਂਦਾ। ਸੋ ਇਹ ਤੋਂ ਗਾਂ ਵੱਧ ਦਬਾਅ ਪਾਉਣ ਵਾਸਤੇ ਜਿਹੜੀ ਅੱਜ ਦਾ ਅੰਦੋਲਨ ਅਸੀਂ ਵਾਪਸ ਲਿਆ ਤੇ ਸਾਡਾ ਜੇਲ੍ਹਪੁਰੋਂ ਮੋਰਚਾ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਾਰੀ ਰਹੂਗਾ। देखो जी, लगातार साडा जिहड़ा वा 7 तरीक तो असी ये धरना चालू कीता सी और 14 तरीक तो जिहड़ा वा 3 दरियावां दे उत्ते असी ये पुल जाम कीते और लगातार चल रहा वा। ते अज ओहदा जिहड़ा वा असी राहगीरां दी आम लोकां दी जिहड़ी आ खज्जल खुआरी नूं वेखदे होए असी इस धरने की जिहड़ा रूप रेखा बदल के तिखे संघर्ष का ऐलान इत्थों स्टेज तो करन जा रहे हैं। संघर्ष साडा सदा ही जिहड़ा वा लागू रहूगा, जारी रहूगा। संघर्ष नूं बंद नहीं करांगे। उत्थे पटियाला ते लंबी दे विच भी किसानां दा धरना जारी है। पटियाला दे विच किसानां ने पक्का मोर्चा लगाया होया, लंबी दे विच भी किसानां दा विरोध प्रदर्शन जारी है। बादलां दे घर दे बाहर किसानां दे वल्लों ये धरना लगाया गया। दोवें थावां ते कल तो ही ये विरोध प्रदर्शन जारी है। लगातार किसान डटे हुए ने। लंबी दे विच ते पटियाला दे विच धरना लगाया गया। तुसीं 2 तस्वीरां वेख सकदे हो। तो सीधे तौर ते निशाना साधिया जा रहा है केंद्र सरकार ते खेतीबाड़ी बिलों के खिलाफ ये रोस प्रदर्शन किसानों के वलों किया जा रहा है। तो तुरंत मंग की जा रही है कि इन्हां खेतीबाड़ी बिलों नूं रद्द किया जाए। तिन्ने आर्डीनेंसां नूं लैके ते 2000 बिजली का भी एक्ट जिहड़ा लिआंदा इन्हां ने, इन्हां गल्लां नूं लैके असीं इत्थे 15 तो लैके बादल पिंड विच मोर्चा लाया, क्योंकि यह केंद्र दे नाल सहमत आ। ये उत्थे हरसिमरत कौर केंद्री मंत्री आ, सुखबीर बादल MP आ, ये दोने जी उस आर्डीनेंसां दे उत्ते साइन करके आए हुए आ। ते उधर साडा जिहड़ा पंजाब सरकार कैप्टन आ वो साडा पटियाले दे विच ਜਿਹੜੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਕੈਪਟਨ ਵੀ ਕੁਰਸੀ ਤੇ ਗਿਆ ਸੀ, ਉਹ ਸਾਡਾ ਪਟਿਆਲੇ ਵੀ ਮੋਰਚਾ ਲੱਗਿਆ ਹੋਇਆਗਾ। ਜਾਨੀ ਸਾਡਾ ਪੂਰੇ ਪੰਜਾਬ ਦੇ ਵਿੱਚ 2 ਥਾਈਂ ਮੋਰਚੇ ਲੱਗੇ ਹੋਏ ਆ। ਜਿੰਨਾ ਜ਼ਿਕਰ ਇਹ ਤਿੰਨੇ ਆਰਡੀਨੈਂਸ ਆ, ਜਿਹੜੇ ਕਾਲੇ ਕਾਨੂੰਨ ਆ, ਲੋਕ ਵਿਰੋਧੀ ਕਾਨੂੰਨ ਆ, ਇਹ ਰੱਦ ਨਹੀਂ ਹੁੰਦੇ। ਉਹਨਾਂ ਜ਼ਿਕਰ ਜਿਹੜੇ ਸਾਡੇ ਸੰਘਰਸ਼ ਆ ਵੱਖਰੋ ਵੱਖਰੀ ਢੰਗ ਨਾਲ, ਜਿਵੇਂ ਹੁਣ 15 ਤੋਂ 20 ਆ, ਅਗਲਾ ਪ੍ਰੋਗਰਾਮ ਜਿਵੇਂ ਸਾਨੂੰ ਸੂਬਾ ਕਮੇਟੀ ਦੇਊਗੀ ਉਵੇਂ ਅਸੀਂ ਕਰਦੇ ਰਹਾਂਗੇ।
ਖੇਤੀ ਬਿੱਲਾਂ ਤੇ ਸੜਕਾਂ ਤੇ ਲਗਾਤਾਰ ਸੰਗਰਾਮ ਜਾਰੀ ਹੈ। ਦਿੱਲੀ ਦੇ ਵਿੱਚ ਕਿਸਾਨ ਸੰਗਠਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਸੰਸਦ ਭਵਨ ਦੇ ਘਿਰਾਓ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਜੰਤਰ ਮੰਤਰ ਤੋਂ ਹਿਰਾਸਤ ਦੇ ਵਿੱਚ ਵੀ ਕਿਸਾਨਾਂ ਨੂੰ ਲੈ ਲਿਆ। ਕਿਸਾਨਾਂ ਨੇ ਬਿੱਲ ਦੀਆਂ ਕਾਪੀਆਂ ਸਾੜ ਕੇ ਵਿਰੋਧ ਜਤਾਇਆ। ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਨਾਅਰੇਬਾਜ਼ੀ ਕੀਤੀ ਗਈ ਤੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤਾ। ਉੱਥੇ ਜਿਹੜੇ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ ਉਹਨਾਂ ਕਿਸਾਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਵੀ ਸਾਥ ਮਿਲਿਆ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਮੁੱਖ ਮੰਤਰੀ ਨੇ ਜਾਇਜ਼ ਦੱਸਿਆ। ਉਹਨਾਂ ਨੇ ਕਿਹਾ ਕਿਸਾਨ ਆਪਣੀ ਜ਼ਿੰਦਗੀ ਬਚਾਉਣ ਦੀ ਲੜਾਈ ਲੜ ਰਹੇ ਨੇ। ਕਿਸਾਨਾਂ ਤੇ ਦਰਜ ਕੇਸ ਰੱਦ ਕਰਨ ਦਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਵੱਲੋਂ ਐਲਾਨ ਕੀਤਾ ਗਿਆ। ਕਿਸਾਨਾਂ ਨੂੰ ਸੜਕਾਂ ਜਾਮ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਅਪੀਲ ਦਾ ਅਸਰ ਵੀ ਹੋਇਆ ਹੈ ਤੇ ਜਿਹੜੇ ਹਾਈਵੇ ਜਾਮ ਕੀਤੇ ਗਏ ਸਨ ਉਹਨਾਂ ਨੂੰ ਉਸ ਜਾਮ ਨੂੰ ਹਟਾ ਵੀ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਬਜਾਏ ਦਿੱਲੀ ਜਾ ਕੇ ਕਿਸਾਨ ਪ੍ਰਦਰਸ਼ਨ ਕਰਨ। ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਕਾਂਗਰਸ ਪੂਰਾ ਸਾਥ ਦੇਵੇਗੀ। ਇਹ ਵੀ ਕਿਹਾ ਗਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਵੱਲੋਂ ਕਿ ਕਿਸਾਨਾਂ ਦਾ ਜਿਹੜਾ ਵੀ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਸੰਘਰਸ਼ ਹੈ ਕਾਂਗਰਸ ਦੇ ਵੱਲੋਂ ਪੂਰਾ ਸਾਥ ਦਿੱਤਾ ਜਾਵੇਗਾ। ਅਪੀਲ ਕਰਦੇ ਕਿਉਂਕਿ ਅਸੀਂ ਤਾਂ ਉਹਨਾਂ ਦੇ ਨਾਲ ਹੈ। ਅਗਰ ਤੁਸੀਂ ਇਹ ਕੋਈ ਸੜਕਾਂ ਰੋਕਣੀਆਂ ਨੇ ਜਾਂ ਕੋਈ ਪੁਲ ਰੋਕਣੇ ਨੇ ਤਾਂ ਚਲੋ ਦਿੱਲੀ, ਅਸੀਂ ਚੱਲਦੇ ਹਾਂ ਤੁਹਾਡੇ ਨਾਲ। ਉੱਥੇ ਕਰੋ। ਸਾਡੇ ਪੰਜਾਬ ਦੇ ਵਿੱਚ ਜਦ ਪੰਜਾਬ ਗਵਰਨਮੈਂਟ ਹੀ ਤੁਹਾਡੇ ਨਾਲ ਹੈ, ਉਰੇ ਸਾਡੀਆਂ ਸੜਕਾਂ ਰੋਕਣ ਦਾ ਕਿਆ ਇਹਨਾਂ ਨੂੰ ਲਾਭ ਹੋਏਗਾ। ਅਗਰ ਤੁਸੀਂ ਕੋਈ ਆਪਣਾ ਇੰਪੈਕਟ ਦੇਣਾ ਹੈ ਔਰ ਅਸੀਂ ਤੁਹਾਡੇ ਨਾਲ ਹੈ ਇਸ ਇੰਪੈਕਟ ਦੇ ਵਿੱਚ, ਤਾਂ ਚਲੋ ਦਿੱਲੀ। ਫਿਲਹਾਲ ਇੱਥੇ ਰੁਕ ਰਹੇ ਹਾਂ ਛੋਟੀ ਜਿਹੀ ਬ੍ਰੇਕ ਲਈ। ਜਲਦ ਹਾਜ਼ਰ ਹੁੰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੁੜ ਤੋਂ ਗੱਲ ਕਰਾਂਗੇ ਖੇਤੀਬਾੜੀ ਬਿੱਲਾਂ ਦੀ, ਕਿਸਾਨਾਂ ਦੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਤੇ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਪਹਿਲਾਂ ਵਕਾਲਤ ਕਰਨ ਵਾਲਿਆਂ ਦੇ ਸੁਰ ਹੁਣ ਬਦਲ ਚੁੱਕੇ ਨੇ। ਅਕਾਲੀ ਦਲ ਆਪਣੀ ਕੁਰਸੀ ਬਚਾਉਣ ਦੇ ਵਿੱਚ ਲੱਗਿਆ ਹੋਇਆ। ਸਿੱਧੇ ਤੌਰ ਤੇ ਸੁਨੀਲ ਜਾਖੜ ਦੇ ਵੱਲੋਂ ਅਕਾਲੀ ਦਲ ਤੇ ਇਹ ਨਿਸ਼ਾਨਾ ਸਾਧਿਆ ਗਿਆ। ਉਹਨਾਂ ਨੇ ਕਿਹਾ ਕਿ ਅਸਤੀਫੇ ਦਾ ਡਰਾਮਾ ਵੀ ਅਕਾਲੀ ਦਲ ਰਚ ਸਕਦਾ ਹੈ। ਉਹਨਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਤੋਂ ਅਕਾਲੀ ਦਲ ਨੇ ਝੂਠਾ ਬਿਆਨ ਦਵਾਇਆ। ਸੋ ਸੁਨੀਲ ਜਾਖੜ ਦੇ ਵੱਲੋਂ ਵੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਗਿਆ। ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਵਾਰ ਪਲਟਵਾਰ ਦਾ ਸਿਲਸਿਲਾ ਜਾਰੀ ਹੈ। ਅਕਾਲੀ ਦਲ ਤੇ ਕਾਂਗਰਸ ਆਮੋ ਸਾਹਮਣੇ ਨੇ। ਸੁਖਬੀਰ ਬਾਦਲ ਜੀ ਨਹੀਂ ਕਰ ਰਹੇ, ਕੁਰਸੀ ਕਰਵਾ ਰਹੀ ਹੈ ਵਿਰੋਧ। ਅੱਜ ਪਹਿਲਾਂ ਕੁਰਸੀ ਦਾ ਖਤਰਾ ਬੀਜੇਪੀ ਤੋਂ ਸੀਗਾ ਸੁਖਬੀਰ ਜੀ ਨੂੰ। 3 ਮਹੀਨੇ ਤਾਈਂ ਪਤਾ ਨਹੀਂ ਕੋਈ ਤਨਖਾਹ ਦਿੱਤੀ ਸੀ ਜਾਂ ਕੁਰਸੀ ਦੇ ਐਵਜ ਦੇ ਵਿੱਚ ਸੁਖਬੀਰ ਬਾਦਲ ਬੀਜੇਪੀ ਦੇ ਵਕੀਲ ਬਣ ਕੇ ਇੱਥੇ ਪੰਜਾਬ ਨੂੰ ਸੁਨੀਲ ਜਾਖੜ ਨੂੰ ਬਾਰ-ਬਾਰ ਕਹਿ ਰਹੇ ਸੀ। ਸੁਨੀਲ ਜਾਖੜ ਨੂੰ ਤਾਂ ਪਤਾ ਹੀ ਨਹੀਂ, ਆ ਤਾਂ ਬਹੁਤ ਵਧੀਆ ਕਾਨੂੰਨ ਬਣਾਇਆ ਹੈ। ਕਿਸਾਨਾਂ ਨੂੰ ਦੱਸ ਰਹੇ ਸੀ ਵੀ ਆ ਤੁਹਾਡੇ ਵਰਗਾ ਸਰ ਛੋਟੂ ਰਾਮ ਦੇ ਬਰਾਬਰ ਉਹਨਾਂ ਨੇ ਮੁਕਾਬਲਾ ਕਰਾਤਾ ਮੋਦੀ ਸਾਹਿਬ ਦਾ। ਵੀ ਜਾਂ ਤਾਂ ਸਰ ਛੋਟੂ ਰਾਮ ਨੇ ਆ ਕੇ ਕਿਸਾਨਾਂ ਦੀ ਸੁੱਧ ਲਈ ਹੈ ਜਾਂ ਮੋਦੀ ਸਾਹਿਬ ਨੇ ਤੇ ਅਕਾਲੀਆਂ ਨੇ ਸੁੱਧ ਲਈ ਹੈ। ਹੁਣ ਉਹ ਸੁਖਬੀਰ ਬਾਦਲ ਹੈ ਯੂ ਟਰਨ ਕਰਕੇ। ਮੈਂ ਧੰਨਵਾਦੀ ਹਾਂ ਪੰਜਾਬ ਦੇ ਕਿਸਾਨਾਂ ਦਾ। ਫਿਲਹਾਲ ਇੱਥੇ ਰੁਕ ਰਹੇ ਹਾਂ ਛੋਟੀ ਜੀ ਬ੍ਰੇਕ ਲਈ। ਸੋ ਖੇਤੀਬਾੜੀ ਬਿੱਲਾਂ ਨੂੰ ਲੈ ਕੇ, ਕਿਸਾਨਾਂ ਨੂੰ ਲੈ ਕੇ ਹੋਰ ਵੀ ਖਬਰਾਂ ਬਾਕੀ ਨੇ। ਜਲਦ ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ।